ਸਤਿਕਾਰਯੋਗ ਪਰਮ ਪੂਜੀਏ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ। ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਸ਼ਾਹੇ ਸ਼ਹਿਨਸ਼ਾਹ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰਦੇ ਹਾਂ। ਨਿਤਨੇਮ ਦੀਆਂ ਬਾਣੀਆਂ ਦਾ ਪਾਠ ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਆਂ ਪਾਸੋਂ ਸ੍ਰੀ ਆਸਾ ਦੀ ਵਾਰ ਦਾ ਸੰਪੂਰਨ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ। ਉਪਰੰਤ ਚੱਲ ਰਹੀ ਲੜੀਵਾਰ ਸ਼ਬਦ ਦੀ ਵਿਚਾਰ ਦੇ ਦਰਮਿਆਨ ਭਾਈ ਸਾਹਿਬ ਜੀ ਦੀ ਰਚਨਾ ਤੋਂ ਜੋ ਆਪ ਜੀ ਨੇ ਪਾਵਨ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ, ਇਹ ਪਾਕ ਬਚਨ 15 ਭਗਤਾਂ ਵਿੱਚੋਂ ਭਗਤ ਬਾਬਾ ਨਾਮਦੇਵ ਜੀ ਦੇ ਬਚਨ ਉਚਾਰਨ ਕੀਤੇ। ਰਾਗ ਬਿਲਾਵਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 857 58 ਤੇ ਬਚਨ ਦਰਜ ਹਨ। ਆਓ ਗੁਰੂ ਕੇ ਪਿਆਰਿਓ ਸਭ ਮਿਲ ਕੇ ਇਨ੍ਹਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਕਰੀਏ। ਸ਼ਬਦ ਦੇ ਆਰੰਭ ਵਿੱਚ ਬਾਬਾ ਨਾਮਦੇਵ ਜੀ ਦੇ ਇਸ ਸ਼ਬਦ ਨਾਲ ਗੁਰੂ ਪੰਜਵੇਂ ਪਾਤਸ਼ਾਹ ਨੇ ਛੋਟਾ ਮੂਲ ਮੰਤਰ ਅੰਕਿਤ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮਾਤਮਾ ਇੱਕ ਹੈ। ਇੱਕ ਤੋਂ ਮੁਰਾਦ ਵਿਦਵਾਨਾਂ ਨੇ ਕਈ ਇੱਕ ਦੇ ਅਰਥ ਕੀਤੇ ਨੇ। ਵਾਹਿਦੋ ਆਪਣੇ ਵਰਗਾ ਇੱਕ ਆਪ ਹੀ ਹੈ, ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ, ਇਸ ਲਈ ਉਹ ਇੱਕ ਹੈ। ਓੰਕਾਰ ਦੇ ਵੀ ਅਰਥ ਅਨੰਤ ਕੀਤੇ ਵਿਦਵਾਨਾਂ ਨੇ, ਪਰ ਇਹਦਾ ਅੱਖਰੀ ਅਰਥ ਪ੍ਰਚਲਿਤ ਇਹ ਹੈ ਕਿ ਸਤ ਚਿੱਤ ਤੇ ਆਨੰਦ। ਊੜਾ ਜਿਹੜਾ ਲਿਖਿਆ ਗਿਆ ਉੱਪਰ ਨੂੰ ਇਸ਼ਾਰਾ ਗੁਰੂ ਨਾਨਕ ਦੇਵ ਨੇ ਜੋ ਦਿੱਤਾ, ਉਹ ਪਰਮਾਤਮਾ ਇੱਕ ਹੈ, ਪਰ ਇੱਕ ਹੁੰਦਿਆਂ ਹੋਇਆਂ ਉਹ ਸਤ ਵੀ ਹੈ, ਚਿੱਤ ਵੀ ਹੈ ਤੇ ਆਨੰਦ ਵੀ ਹੈ। ਜਿਹਨੂੰ ਜਾਪ ਸਾਹਿਬ ਦੇ ਵਿੱਚ ਗੁਰੂ ਕਲਗੀਧਰ ਪਿਤਾ ਨੇ ਇਕੱਠਾ ਹੀ ਕਰ ਦਿੱਤਾ, ਸੱਚਦਾਨੰਦ। ਉਹ ਪਰਮਾਤਮਾ ਇੱਕ ਹੈ, ਲੇਕਿਨ ਸੱਚਦਾਨੰਦ ਸਤ ਚਿੱਤ ਆਨੰਦ ਸਭ ਰੂਪ ਹੈ। ਤੇ ਜਿਹਦਾ ਰੂਪ ਇਹ ਹੋਵੇ ਸਤ ਚਿੱਤ ਤੇ ਆਨੰਦ, ਇਹੋ ਜਿਹੇ ਨਿਰੰਕਾਰ ਦੀ ਪ੍ਰਾਪਤੀ ਕਿਵੇਂ? ਕਿਉਂਕਿ ਉਹਨੂੰ ਮਿਲਣਾ ਹੈ, ਉਹਦੀ ਪ੍ਰਾਪਤੀ। ਤੇ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਬਈ ਗੁਰੂ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ, ਗੁਰੂ ਦੀ ਰਹਿਮਤ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਜੋ ਸਤ ਚਿੱਤ ਆਨੰਦ ਤੇ ਇੱਕ ਹੈ, ਉਹਦੀ ਪ੍ਰਾਪਤੀ ਸੱਚੇ ਤੇ ਪੂਰੇ ਗੁਰੂ ਤੋਂ ਬਿਨਾਂ ਨਹੀਂ ਹੁੰਦੀ। ਪੂਰਾ ਗੁਰੂ ਹੈ, ਜਦੋਂ ਉਹ ਪਸੀਜਦਾ ਤਾਂ ਹੀ ਇੱਕ ਓੰਕਾਰ ਦੀ ਪ੍ਰਾਪਤੀ ਹੁੰਦੀ, ਪੂਰੇ ਗੁਰੂ ਦੇ ਰਾਹੀਂ। ਅੱਜ ਬਾਬਾ ਨਾਮਦੇਵ ਜੀ ਦਾ ਸ਼ਬਦ ਜਦੋਂ ਪੜ੍ਹੀਏ ਤੇ ਇਹੀ ਗਿਆਨ ਮਿਲਦਾ ਕਿ ਬਾਬਾ ਨਾਮਦੇਵ ਜੀ ਵੀ ਗੁਰੂ ਦੀ ਬਖਸ਼ਿਸ਼ਾਂ ਦੀ ਹੀ ਗੱਲ ਇਸ ਸ਼ਬਦ ਅੰਦਰ ਕਰੇ ਨੇ ਕਿ ਮਨੁੱਖੀ ਜੀਵਨ ਵਿੱਚ ਗੁਰੂ ਦੀ ਕਿੰਨੀ ਜ਼ਰੂਰਤ ਹੈ, ਕਿੰਨੀ ਲੋੜ ਹੈ। ਗੁਰੂ ਤੋਂ ਬਿਨਾਂ ਜੀਵਨ ਜਿਵੇਂ ਬਾਣੀ ਦੱਸਦੀ ਹੈ ਤੁੱਛ ਹੈ, ਨਿਕੰਮਾ ਹੈ। ਗੁਰੂ ਤੋਂ ਬਿਨਾਂ ਜੀਵਨ ਵਿੱਚ ਕਿੰਨਾ ਵੀ ਪ੍ਰਕਾਸ਼ ਕਿਉਂ ਨਾ ਹੋਵੇ, ਅਸਲ ਜ਼ਿੰਦਗੀ ਵਿੱਚ ਅੰਧਕਾਰ ਹੈ। ਅੰਧਕਾਰ, ਅਗਿਆਨਤਾ ਹੀ ਅਗਿਆਨਤਾ ਹੈ। ਗਿਆਨ ਦੇ ਹੁੰਦਿਆਂ ਹੋਇਆਂ, ਸਮਝ ਸੋਝੀ ਦੇ ਹੁੰਦਿਆਂ ਹੋਇਆਂ ਵੀ ਅਗਿਆਨਤਾ ਦਾ ਅੰਧੇਰਾ ਪ੍ਰਬਲ ਤਮ ਛਾਇਆ ਗੁਰੂ ਤੋਂ ਬਿਨਾਂ। ਆਓ ਵਿਚਾਰ ਕਰਦੇ ਹਾਂ ਸ਼ਬਦ ਦੀ।
ਔਰ ਜੋ ਬਾਬਾ ਜੀ ਨੇ ਆਤਮਿਕ ਗਿਆਨ ਆਤਮ ਬੋਧ ਜਗਤ ਦੇ ਸਾਹਮਣੇ ਰੱਖਿਆ, ਵਿਚਾਰ ਕਰੀਏ। ਸ਼ਬਦ ਦੇ ਆਰੰਭ ਤੋਂ ਹੀ ਇਹ ਬਚਨ ਵਾਚਨੇ ਹੋਵਣਗੇ। ਸਫਲ ਜਨਮ ਮੋਕੋ ਗੁਰ ਕੀਨਾ। ਬਾਬਾ ਜੀ ਜੋ ਇਹ ਸਫਲ ਲਫ਼ਜ਼ ਵਰਤਦੇ ਨੇ ਨਾ, ਸਫਲ ਫਲ ਦੇਣ ਵਾਲਾ। ਹੁਣ ਮਨੁੱਖਾ ਜਨਮ ਦੇਹੀ ਜਿਹੜੀ ਸਾਨੂੰ ਮਿਲੀ ਹੈ ਨਾ, ਇਹਦੇ ਬਾਰੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਮੇਰਾ ਜਨਮ ਸਫਲ ਹੋ ਗਿਆ। ਹਾਂ, ਕਈ ਮਨੁੱਖਾਂ ਨੂੰ ਮੈਂ ਤੱਕਿਆ ਸੁਣਿਆ ਕਹਿੰਦਿਆਂ, ਉਹ ਆਖਦੇ ਨੇ ਜਦ ਸੰਤਾਨ ਚੰਗੀ ਹੋਵੇ, ਔਲਾਦ ਚੰਗੀ ਹੋਵੇ, ਪਰਿਵਾਰ ਅੱਛਾ ਹੋਵੇ, ਤੇ ਬੰਦਾ ਫਕਰ ਨਾਲ ਛਾਤੀ ਤਾਣ ਕੇ ਕਹਿ ਦਿੰਦਾ ਕਿ ਮੇਰਾ ਤੇ ਜਨਮ ਸਫਲ ਹੋ ਗਿਆ, ਜੋ ਵਾਹਿਗੁਰੂ ਨੇ ਮੈਨੂੰ ਇੰਨੀ ਅੱਛੀ ਔਲਾਦ ਤੇ ਪਰਿਵਾਰ ਦਿੱਤਾ। ਬੰਦਾ ਫਕਰ ਨਾਲ ਇਹ ਗੱਲ ਆਖਦਾ, ਲੇਕਿਨ ਇਹ ਬਾਹਰ ਮੁਖੀ ਸਫਲਤਾ ਦਾ ਜ਼ਿਕਰ ਬਜ਼ੁਰਗ ਕਰ ਰਿਹਾ। ਅੰਦਰੋਂ ਸਫਲ ਹੋਣਾ ਬੜਾ ਮੁਸ਼ਕਲ ਹੈ। ਬਾਹਰੀ ਸੁੱਖ ਤੇ ਸਾਰੀ ਦੁਨੀਆ ਨੇ ਜੁਟਾ ਲਏ ਨੇ। ਬਾਹਰੀ ਸੁੱਖ ਤਾਂ ਅਨੰਤ ਪਰਿਵਾਰ ਐਸੇ ਬੱਚੇ ਨੇ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਨੂੰ ਬਾਹਰੀ ਸੁੱਖ ਦਿੱਤੇ ਨੇ, ਪਰ ਅੰਦਰ ਦੇ ਸੁੱਖ ਦੀ ਗੱਲ ਬਾਬਾ ਨਾਮਦੇਵ ਜੀ ਅਗਲੀ ਪੰਕਤੀ ਵਿੱਚ ਕਰਦੇ। ਤੋ ਸਫਲ ਜਨਮ, ਜਿਹਦਾ ਜੀਵਨ ਸਫਲ, ਜ਼ਿੰਦਗੀ ਸਫਲ ਹੋ ਗਈ ਹੋਵੇ, ਉਹਦੀ ਗੱਲ ਹੈ। ਤੇ ਜਨਮ ਸਫਲ ਕਿਹਦਾ ਹੁੰਦਾ, ਕਦੋਂ ਹੁੰਦਾ? ਬਾਬਾ ਨਾਮਦੇਵ ਜੀ ਕੋਲੋਂ ਪੁੱਛੀਏ, ਬਾਬਾ ਜੀ ਤੁਸਾਂ ਨੇ ਸਫਲ ਜਨਮ ਦੀ ਗੱਲ ਕਹੀ ਹੈ, ਤੂੰ ਕਿਰਪਾ ਕਰਕੇ ਦੱਸੋ ਸਫਲ ਜਨਮ ਕਿਵੇਂ ਹੁੰਦਾ, ਤੁਸਾਂ ਦਾ ਕਿਵੇਂ ਹੋਇਆ? ਕਹਿਣ ਲੱਗੇ, ਮੇਰਾ ਤੇ ਜਨਮ ਸਫਲਾ ਗੁਰੂ ਨੇ ਕੀਤਾ। ਮੈਨੂੰ ਇਹ ਸਫਲ ਜਨਮ ਗੁਰੂ ਨੇ ਦਿੱਤਾ। ਧਿਆਨ ਨਾਲ ਬਚਨ ਪੜ੍ਹੀਏ। ਸਫਲ ਜਨਮ, ਜਨਮ ਤੇ ਸਫਲ ਹੋ ਗਿਆ। ਮੋਕੋ ਗੁਰ ਕੀਨਾ, ਮੇਰਾ ਜਿਹੜਾ ਸਫਲ ਜਨਮ ਹੋਇਆ, ਮੇਰਾ ਜਨਮ ਤੇ ਮੇਰੇ ਗੁਰੂ ਨੇ ਸਫਲ ਕੀਤਾ। ਗੁਰੂ ਕੇ ਪਿਆਰਿਓ, ਗੁਰਬਾਣੀ ਵੀ ਇਹੀ ਸਾਨੂੰ ਸਿਖਾਲਦੀ ਏ ਭਾਈ, ਦੁਨੀਆ ਭਰ ਦੇ ਸੁੱਖ ਵੀ ਹਾਸਲ ਕਰਕੇ ਗੁਰੂ ਤੋਂ ਬਿਨਾ ਗੱਲ ਨਹੀਂ ਬੰਨੀ। ਔਰ ਬਚਨ ਉਚਾਰਨ ਕੀਤੇ ਭੱਟਾਂ ਨੇ, ਗੁਰ ਬਿਨ ਘੋਰ ਅੰਧਾਰ। ਐ ਮਨੁੱਖ, ਗੁਰੂ ਤੋਂ ਬਿਨਾ ਜ਼ਿੰਦਗੀ ਵਿੱਚ ਘੁੱਪ ਅੰਧੇਰਾ ਹੀ ਅੰਧੇਰਾ। ਇਹ ਅੰਧੇਰਾ ਹੈ, ਯਾਦ ਰੱਖਣਾ, ਅਗਿਆਨਤਾ ਦਾ ਅੰਧੇਰਾ। ਇਹ ਉਹ ਅੰਧੇਰਾ ਨਹੀਂ ਜਿਹੜਾ ਸੂਰਜ ਤੇ ਮੁਨੱਸਰ ਕਰਦਾ। ਸੂਰਜ ਚੜ੍ਹਦਾ ਤੇ ਪ੍ਰਕਾਸ਼ ਹੋ ਜਾਂਦਾ, ਸੂਰਜ ਅਸਤ ਹੋ ਜਾਵੇ ਤੇ ਅੰਧੇਰਾ ਪਸਰ ਜਾਂਦਾ। ਇੱਥੇ ਗਿਆਨ ਦਾ ਜੋ ਗੁਰੂ ਸੂਰਜ ਹੈ ਨਾ, ਜੀਵਨ ਵਿੱਚ ਗੁਰੂ ਨਹੀਂ ਤੋ ਜੀਵਨ ਵਿੱਚ ਘੁੱਪ ਅੰਧੇਰਾ ਹੀ ਅੰਧੇਰਾ। ਤੋ ਅੰਧੇਰਾ ਦੁੱਖ ਦਾ ਪ੍ਰਤੀਕ ਹੈ। ਅੰਧੇਰੇ ਵਿੱਚ ਠਿੱਡੇ ਲੱਗਦੇ ਨੇ, ਠੋਕਰਾਂ ਲੱਗਦੀਆਂ ਨੇ। ਅੰਧੇਰਾ ਦੁੱਖ ਹੀ ਦੁੱਖ ਹੈ, ਤਮ ਵਿੱਚ ਸੁੱਖ ਨਹੀਂ, ਤਮ ਵਿੱਚ ਤਾਂ ਦੁੱਖ ਹੀ ਦੁੱਖ ਹੈ। ਹਾਂ, ਇਹ ਅਲੱਗ ਗੱਲ ਹੈ ਕਿ ਚੋਰ ਤੇ ਵਿਕਾਰੀ ਬੰਦੇ ਨੂੰ ਅੰਧੇਰਾ ਚੰਗਾ ਲੱਗਦਾ ਹੈ। ਆਮ ਸੰਸਾਰੀ ਲੋਕ ਅੰਧੇਰੇ ਤੋਂ ਦੁੱਖ ਹੀ ਪਾਉਂਦੇ ਨੇ। ਬਾਬਾ ਨਾਮਦੇਵ ਜੀ ਸਮਝਾਉਂਦੇ, ਦੁੱਖ ਬੇਸਾਰ। ਅਗਿਆਨਤਾ ਦੇ ਕਾਰਨ ਜਿਹੜਾ ਦੁੱਖ ਸੀ ਮੈਂ ਭੁਲਾ ਦਿੱਤਾ, ਭੁੱਲ ਗਿਆ। ਮੈਨੂੰ ਕੋਈ ਦੁੱਖ ਚੇਤੇ ਨਹੀਂ ਹੈ ਤੇ ਮੇਰੀ ਜ਼ਿੰਦਗੀ ਵਿੱਚ ਦੁੱਖ ਹੈ ਵੀ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਦੁੱਖ ਬਾਰੇ ਜੁਗਤ ਸਾਨੂੰ ਇਹੀ ਦੱਸਦੇ ਨੇ ਵੀ ਜਿਹੜਾ ਜੀਵਨ ਵਾਹਿਗੁਰੂ ਨੇ ਸਾਨੂੰ ਦਿੱਤਾ, ਇਹਦੇ ਵਿੱਚ ਦੁੱਖ ਤੇ ਸੁੱਖ ਆਉਂਦੇ ਹੀ ਰਹਿਣੇ ਨੇ। ਬਾਣੀ ਨੇ ਇਹ ਵੀ ਦੱਸਿਆ ਕਿ ਇੱਦਾਂ ਸਮਝ ਲੈ, ਤੈਨੂੰ ਆਸਾਨੀ ਨਾਲ ਗੁਰੂ ਨੇ ਸਮਝਾ ਦਿੱਤਾ ਕਿ ਦੁੱਖ ਸੁੱਖ ਪਤਾ ਕੀ ਨੇ? ਇਹ ਦੋ ਕੱਪੜੇ ਨੇ ਜੀ। ਕੋਈ ਸਮਾਂ ਹੁੰਦਾ ਸੀ ਮਨੁੱਖ
ਕਿੰਨਾ ਵੀ ਅਮੀਰ ਹੁੰਦਾ ਸੀ, ਉਹਦੇ ਕੋਲ ਗਿਣਤੀ ਦੇ ਹੀ ਕੱਪੜੇ ਹੁੰਦੇ ਸੀ, ਕੱਪੜਿਆਂ ਦੀ ਤਾਦਾਦ ਜ਼ਿਆਦੀ ਨਹੀਂ ਸੀ ਹੁੰਦੀ। ਇਹ ਤੇ ਅੱਜ ਅਸੀਂ ਕੱਪੜਿਆਂ ਨਾਲ ਹੀ ਜੁੜ ਗਏ ਹਾਂ, ਸਹੀ ਅਰਥਾਂ ਵਿੱਚ ਰੱਬ ਨਾਲੋਂ ਟੁੱਟ ਕੇ ਕੇਵਲ ਤਨ ਦੇ ਖਾਣ ਪੀਣ ਦੇ ਪਦਾਰਥਾਂ ਤੇ ਇਹਦੀ ਸਜਾਵਟ ਨਾਲ ਹੀ ਬੰਦਾ ਜੁੜਿਆ ਹੋਇਆ, ਅੰਦਰੋਂ ਇਹ ਬਿਲਕੁਲ ਨਿਕੰਮਾ ਹੈ। ਮੈਨੂੰ ਮਾਫ ਕਰ ਦੇਣਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਬਾਬਾ ਨਾਮਦੇਵ ਜੀ ਵੀ ਇਹ ਲਫ਼ਜ਼ ਅੱਜ ਵਰਤਣਗੇ, ਮੈਂ ਹੀ ਨਹੀਂ ਵਰਤ ਰਿਹਾ। ਬਾਬਾ ਜੀ ਕਹਿ ਰਹੇ ਨੇ ਕਿ ਜੀਵਨ ਕੀ ਹੈ? ਖੈਰ, ਜੀਵਨ ਵਿੱਚ ਦੁੱਖ ਹੀ ਦੁੱਖ ਹੈ। ਪਰ ਕੋਈ ਵੀ ਬੰਦਾ ਕਹੇਗਾ ਬਾਂਹ ਉਠਾ ਕੇ ਕਿ ਮੈਂ ਤੇ ਕੋਈ ਦੁਖੀ ਨਹੀਂ ਹਾਂ, ਪਰ ਜਿਹੜਾ ਬੰਦਾ ਇਹ ਕਹਿ ਰਿਹਾ ਮੈਂ ਦੁਖੀ ਨਹੀਂ, ਉਹ ਵੀ ਦੁਖੀ ਹੈ, ਉਹ ਵੀ ਦੁਖੀ ਹੈ। ਹਾਂ, ਕੁਝ ਸਮੇਂ ਲਈ ਆਪਣੇ ਦੁੱਖ ਨੂੰ ਛੁਪਾ ਰਿਹਾ, ਇੱਕ ਦਿਨ ਉਹਦਾ ਦੁੱਖ ਉਜਾਗਰ ਹੋਏਗਾ। ਬਾਲੀ ਰੋਵੈ ਨਾਹੀਂ ਪਤਾਰ, ਸੱਚ ਹੈ ਕਿ ਨਾਨਕ ਦੁਖੀਆ ਸਭ ਸੰਸਾਰ ਦੁਖੀਏ। ਪਰ ਇਹ ਵੀ ਯਾਦ ਰੱਖਣਾ, ਜਿਹੜਾ ਨਾਮ ਨਾਲੋਂ ਗੁਰੂ ਦੇ ਮਾਰਗ ਦਾ ਪੰਧ ਹੀ ਨਹੀਂ ਬਣਿਆ, ਨਾਮ ਤੇ ਸੱਚ ਹੱਕ ਨਾਲੋਂ ਟੁੱਟਾ ਉਹ ਬੰਦਾ ਦੁਨੀਆ ਭਰ ਦੇ ਸੁੱਖ ਪਾ ਕੇ ਵੀ ਗੁਰੂ ਦੀ ਦ੍ਰਿਸ਼ਟੀ ਵਿੱਚ ਦੁਖੀ ਹੈ। ਬਾਬਾ ਨਾਮਦੇਵ ਜੀ ਸਮਝਾਉਂਦੇ ਕਿ ਮੈਂ ਦੁੱਖ ਹੀ ਭੁੱਲ ਗਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਭਾਈ ਦੁੱਖ ਤੇ ਆਉਂਦੇ ਨੇ, ਸੱਚੇ ਸਰੀਰ ਤੇ ਦੁੱਖ ਵੀ ਆਉਂਦਾ ਤੇ ਸੁੱਖ ਵੀ ਆਉਂਦਾ। ਮੈਂ ਹੁਣੇ ਬੇਨਤੀ ਕਰ ਰਿਹਾ ਸੀ ਕਿ ਦੁੱਖ ਸੁੱਖ ਦੋਨੋਂ ਕੱਪੜੇ, ਇਹ ਕੀ ਨੇ? ਦੋਨੇ ਕੱਪੜੇ ਨੇ, ਦੋ ਕੱਪੜੇ। ਹੁਣ ਇੱਕੋ ਹੀ ਕੱਪੜਾ ਥੋੜ੍ਹਾ ਪਾਈ ਰੱਖਾਂਗੇ ਅਸੀਂ, ਉਹਨੂੰ ਉਤਾਰਨਾ ਪਏਗਾ, ਬਦਲਣਾ ਪਵੇਗਾ ਨਾ। ਤੇ ਜੇ ਇੱਕ ਕੱਪੜਾ ਸੁੱਖ ਹੈ ਤੇ ਦੂਜਾ ਕੱਪੜਾ ਕੀ ਹੈ? ਦੁੱਖ ਹੈ। ਇਹ ਦੋ ਕੱਪੜੇ ਨੇ, ਇੱਕ ਦੁੱਖ ਹੈ ਤੇ ਇੱਕ ਸੁੱਖ ਹੈ, ਇੱਕੋ ਹੀ ਨਹੀਂ ਪਾਉਣਾ। ਪਰਮਾਤਮਾ ਨੇ ਕਦੇ ਤੇ ਦੇਣਾ ਦੁੱਖ ਤੇ ਕਦੇ ਦੇਣਾ ਸੁੱਖ, ਕਿਉਂਕਿ ਇਹ ਸੁੱਖ ਤੇ ਦੁੱਖ ਤੇਰੇ ਸਹੇੜੇ ਹੋਏ ਨਹੀਂ ਹਨ। ਅਸਲ ਵਿੱਚ ਬੰਦਿਆ ਰੱਬ ਹੀ ਦੁੱਖ ਦਿੰਦਾ ਤੇ ਪਰਮਾਤਮਾ ਹੀ ਸੁੱਖ ਦਿੰਦਾ। ਸੁਖ ਦੁੱਖ ਪ੍ਰਭ ਦੇਵਨ ਹਾਰ, ਇੱਕ ਪ੍ਰਭੂ ਹੈ ਜਿਹੜਾ ਜੀਵਾਂ ਦੇ ਕਰਮਾਂ ਦੇ ਮੁਤਾਬਕ, ਅਸੀਂ ਜੋ ਕਰਮ ਕਰਦੇ ਆ ਨਾ, ਉਹਨਾਂ ਕਰਮਾਂ ਦੇ ਮੂਜਬ ਮੁਤਾਬਕ ਹੀ ਪਰਮਾਤਮਾ ਸਾਨੂੰ ਦੁੱਖ ਵੀ ਦਿੰਦਾ ਸੁੱਖ ਵੀ ਦਿੰਦਾ। ਅਸਲ ਵਿੱਚ ਪਰਮਾਤਮਾ ਕਿਸੇ ਨਾਲ ਵੈਰ ਨਹੀਂ ਰੱਖਦਾ ਕਿ ਮੈਂ ਇਹਨੂੰ ਦੁੱਖ ਦੇਵਾਂ, ਉਹ ਸਾਡੀ ਕੀਤੀ ਕਰਨੀ ਦਾ ਹੀ ਫਲ ਸਾਨੂੰ ਦਿੰਦਾ, ਭਾਵੇਂ ਉਹ ਸੁੱਖ ਹੋਵੇ ਤੇ ਭਾਵੇਂ ਦੁੱਖ ਹੋਵੇ। ਬਾਬਾ ਨਾਮਦੇਵ ਜੀ ਅੱਜ ਬਚਨ ਕਰਦੇ, ਮੇਰਾ ਜਨਮ ਤੇ ਸਫਲ ਕਰ ਦਿੱਤਾ ਕਿੰਨੇ? ਮੇਰੇ ਗੁਰੂ ਨੇ। ਹੁਣ ਅਸੀਂ ਇੰਨੇ ਬੈਠੇ ਆ, ਭਾਵੇਂ ਤਾਦਾਦ ਸੰਗਤ ਦੀ ਘੱਟ ਹੈ, ਆਪੋ ਆਪਣੇ ਗਰਵਾਨ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਅਸੀਂ ਗੁਰੂ ਕੋਲੋਂ ਆ ਕੇ ਕਦੇ ਸਫਲ ਜੀਵਨ ਦੀ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀਵਨ ਦਿੱਤਾ ਤੇਰਾ ਧੰਨਵਾਦ, ਪਰ ਇਹ ਸਫਲ ਹੋ ਜਾਵੇ ਜੀਵਨ, ਸਫਲਤਾ ਵੀ ਬਖਸ਼ੋ। ਕਿਉਂਕਿ ਗੁਰੂ ਤੋਂ ਬਿਨਾਂ ਗੱਲ ਨਹੀਂ ਬੰਨੀ। ਭੱਟ ਨੇ ਕਹਿ ਦਿੱਤਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਮੈਂ ਸੰਖੇਪ ਕਰਾਂ, ਸਮਾਂ ਸੀਮਤ ਹੈ। ਤੋ ਗੁਰੂ ਕੇ ਪਿਆਰਿਓ, ਇੱਥੋਂ ਤੱਕ ਗੁਰੂ ਨੇ ਕਹਿ ਦਿੱਤਾ, ਭਾਈ ਤੂੰ ਕੀ ਕਰ, ਆਪਣੇ ਮਨ ਨੂੰ ਮੁਖਾਤਬ ਕਰਕੇ ਕਿ ਗੁਰੂ ਗੁਰੂ ਕਰ ਮਨ ਮੋਰ, ਗੁਰੂ ਗੁਰੂ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਹ ਮੇਰੇ ਮਨਾਂ ਤੋਂ ਗੁਰੂ ਗੁਰੂ ਹੀ ਕਰਦਾ ਰਿਹਾ ਕਰ, ਗੁਰੂ ਤੋਂ ਬਿਨਾ ਜੀਵਨ ਸਫਲ ਕਰਨ ਵਾਲਾ ਹੋਰ ਕੋਈ ਨਹੀਂ। ਬਾਬਾ ਨਾਮਦੇਵ ਜੀ ਦੱਸਦੇ, ਦੁੱਖਾਂ ਨੂੰ ਮੈਂ ਵਿਸਾਰ ਦਿੱਤਾ, ਭੁਲਾ ਦਿੱਤਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਥਨ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ। ਜੀਵਨ ਵਿੱਚ ਦੁੱਖ ਆਉਣਾ ਸਾਹਿਬ ਕਹਿੰਦੇ, ਪਰ ਉਹਨੂੰ ਦੁੱਖ ਕਰਕੇ ਮਨਾ ਹੀ ਨਾ, ਸਮਝੀ ਨਾ ਕਿ ਤੇਰੇ ਜੀਵਨ ਵਿੱਚ ਦੁੱਖ ਹੈ। ਉਹਨੂੰ ਦੁੱਖ ਨੂੰ ਵੀ ਸੁੱਖ ਕਰਕੇ ਉਸ ਸਮੇਂ ਨੂੰ ਬਿਤਾ ਲੈ, ਤੇ ਸੁਰਤੀ ਬਿਰਤੀ ਜਿਹੜੀ ਹੈ ਮਾਲਕ ਨਾਲ ਜੋੜੀ ਰੱਖ, ਤੈਨੂੰ ਉਸ ਦੁੱਖ ਦੇ ਵਿੱਚੋਂ ਵੀ ਸੁੱਖ ਹੀ
ਅਨੁਭਵ ਮਹਿਸੂਸ ਹੋਏਗਾ। ਬਾਬਾ ਜੀ ਦਰਸਾ ਰਹੇ ਨੇ ਕਿ ਮੈਂ ਦੁੱਖ ਹੀ ਭੁਲਾ ਦੇਤਾ, ਤੇ ਜਦੋਂ ਮੈਂ ਦੁੱਖ ਨੂੰ ਵਿਸਾਰਿਆ ਨਾ, ਗੁਰੂ ਦੀ ਕਿਰਪਾ ਨਾਲ ਸੁਖ ਅੰਤਰ ਦੇ ਰਾਰੇ ਨੂੰ ਵੀ ਸਿਹਾਰੀਏ ਅੰਦਰ। ਆ ਦੇਖੋ ਹੁਣ ਜਿਹੜਾ ਸੁੱਖ ਹੈ ਉਹਦਾ ਸੰਬੰਧ ਬਾਹਰ ਨਹੀਂ ਅੰਦਰ ਨਾਲ ਹੈ। ਲੀਨਾ ਦਾ ਅਰਥ ਹੁੰਦਾ ਹੈ ਲੀਨ ਹੋ ਜਾਣਾ, ਮਿਲ ਜਾਣਾ। ਮੇਰੇ ਅੰਦਰ ਆਤਮਕ ਆਨੰਦ ਜਿਹੜਾ ਬਣ ਗਿਆ, ਉਸ ਆਤਮਕ ਆਨੰਦ ਵਿੱਚ ਮੈਂ ਲੀਨ ਹੋ ਗਿਆ। ਮੇਰੇ ਬਾਹਰੀ ਤੇ ਅੰਦਰ ਦੇ ਦੁੱਖ ਜਿਹੜੇ ਸਨ ਉਹ ਕੀ ਹੈ, ਮੈਨੂੰ ਭੁੱਲ ਗਏ ਨੇ, ਮੈਨੂੰ ਵਿਸਰ ਗਏ ਨੇ। ਐਸੇ ਦੁੱਖ ਵਿਸਾਰੇ, ਮੇਰੇ ਅੰਦਰ ਆਤਮਕ ਆਨੰਦ ਬਣਿਆ, ਉਸ ਆਤਮਕ ਆਨੰਦ ਦੇ ਵਿੱਚ ਮੈਂ ਲੀਨ ਹੋ ਗਿਆ, ਲੀਨ ਹੋ ਗਿਆ। ਗਿਆਨ ਅੰਜਣ ਮੋਕੋ ਗੁਰ ਦੀਨਾ। ਕਿਸੇ ਨੇ ਪੁੱਛਿਆ, ਬਾਬਾ ਜੀ ਇਹ ਜੋ ਤੁਸੀਂ ਗੁਰੂ ਦੇ ਪਾਸੋਂ ਸਫਲ ਜੀਵਨ ਹਾਸਲ ਕੀਤਾ, ਤੇ ਗੁਰੂ ਨੇ ਸਫਲ ਜੀਵਨ ਲਈ ਤੁਹਾਨੂੰ ਦਿੱਤਾ ਕੀ ਹੈ ਜਿਹਦੇ ਨਾਲ ਜੀਵਨ ਸਫਲ ਹੋ ਗਿਆ? ਜਦ ਤੁਸੀਂ ਕੁਝ ਕਹਿੰਦੇ ਹੋ ਨਾ ਗੁਰੂ ਦੇ ਪਿਆਰਿਓ, ਸਮਝਦਾਰ ਸੰਗੀ ਸਾਥੀ ਜਿਹੜੇ ਤੁਹਾਡੇ ਸੱਜਣ ਮਿੱਤਰ ਹੋਣਗੇ, ਤੁਹਾਡੀ ਗੱਲ ਬਾਰੇ ਉਹ ਪੜਤਾਲ ਕਰਨਗੇ। ਤੁਸੀਂ ਕਹਿ ਦਿਓ ਕਿ ਮੈਂ ਇਹ ਕੰਮ ਕੀਤਾ, ਤਾਂ ਸੱਜਣ ਕਈ ਕਹਿਣਗੇ ਤੂੰ ਕਿਵੇਂ ਕੀਤਾ, ਇਹ ਤੇ ਕੰਮ ਬੜਾ ਕਠਿਨ ਹੈ, ਤੇਰੇ ਵੱਸ ਦੀ ਗੱਲ ਨਹੀਂ ਹੈ, ਤੂੰ ਕਿਵੇਂ ਕੀਤਾ? ਤੇ ਜੇ ਤੂੰ ਕੀਤਾ ਵੀ ਹੈ ਤੇ ਕਮ ਸੇ ਕਮ ਸਾਨੂੰ ਦੱਸ ਇਹ ਕੰਮ ਕਿਵੇਂ ਕੀਤਾ। ਕੱਲ੍ਹ ਨੂੰ ਸਾਡੀ ਜ਼ਿੰਦਗੀ ਵਿੱਚ ਆਪਦਾ ਵਿਪਤਾ ਕਸ਼ਟ ਆ ਜੇ ਤੇ ਉਸ ਕਸ਼ਟ ਦੀ ਨਿਰਵਿਰਤੀ ਅਸੀਂ ਕਰ ਪਾਈਏ। ਦੱਸ। ਬਾਬਾ ਨਾਮਦੇਵ ਜੀ ਨੂੰ ਵੀ ਸੱਜਣ ਮਿੱਤਰ ਕਹਿਣ ਲੱਗੇ ਕਿ ਗੁਰੂ ਨੇ ਤੈਨੂੰ ਸਫਲ ਜੀਵਨ ਦਿੱਤਾ, ਇਵਜ਼ ਕਿਸ ਬਦਲੇ ਦਿੱਤਾ? ਜਾਂ ਫਿਰ ਉਹ ਕਿਹੜੀ ਐਸੀ ਗਿੱਦੜ ਸਿੰਘੀ ਤੈਨੂੰ ਗੁਰੂ ਨੇ ਦੇ ਦਿੱਤੀ ਜਿਹਦੇ ਨਾਲ ਤੇਰਾ ਜੀਵਨ ਸਫਲ ਹੋ ਗਿਆ? ਤੋ ਆਓ ਬਾਬਾ ਨਾਮਦੇਵ ਜੀ ਜਵਾਬ ਦਿੰਦੇ, ਗਿਆਨ ਅੰਜਣ ਮੋਕੋ ਗੁਰ ਦੀਨਾ। ਕਹਿਣ ਲੱਗੇ ਮੈਨੂੰ ਗੁਰੂ ਨੇ ਨਾ ਗਿਆਨ ਦਾ ਸੁਰਮਾ ਦਿੱਤਾ। ਕੀ ਦਿੱਤਾ? ਗਿਆਨ ਦਾ ਸੁਰਮਾ। ਇਹ ਕਾਲਖ ਸੁਰਮਾ ਨਹੀਂ ਜਿਹੜਾ ਅਸੀਂ ਅੱਖਾਂ ਵਿੱਚ ਕੱਜਲ ਪਾਉਨੇ ਸੁਰਮਾ ਪਾਉਂਦੇ ਆ, ਇਹ ਉਹ ਨਹੀਂ ਹੈ। ਬਾਣੀ ਵਿੱਚ ਇਹਦਾ ਜ਼ਿਕਰ ਆਉਂਦਾ, ਗੁਰੂ ਜਿਹਨੂੰ ਗਿਆਨ ਦਾ ਅੰਜਣ ਦਿੰਦਾ ਹੈ। ਗਿਆਨ ਦਾ ਅੰਜਣ ਹੁਣ ਦੇਖਣਾ ਪਏਗਾ ਕਿ ਇਹ ਗਿਆਨ ਦਾ ਅੰਜਣ ਕਰਦਾ ਕੀ ਹੈ। ਗਿਆਨ ਅੰਜਣ ਗੁਰ ਦੀਆ, ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦਾ ਸੁਰਮਾ ਦਿੱਤਾ, ਦੀਆ। ਇਹ ਗਿਆਨ ਦੇ ਸੁਰਮਾ ਪਾਉਣ ਨਾਲ ਹੋਇਆ ਕਿ ਅਗਿਆਨ ਅੰਧੇਰ ਬਿਨਾਸ਼। ਗੁਰੂ ਦੇ ਬਚਨ ਕਰਦੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਅਗਿਆਨਤਾ ਦਾ ਅੰਧੇਰਾ ਹੀ ਖਤਮ ਹੋ ਗਿਆ। ਫਿਰ ਇੱਕ ਵਾਰੀ ਮੈਂ ਦੁਹਰਾ ਦੇਵਾਂ, ਬਾਬਾ ਨਾਮਦੇਵ ਜੀ ਵੀ ਇਹੀ ਸਮਝਾਉਣਾ ਚਾਹੁੰਦੇ ਨੇ ਕਿ ਸਫਲ ਜੀਵਨ ਮੇਰਾ ਉਦੋਂ ਗੁਰੂ ਨੇ ਕੀਤਾ ਜਦੋਂ ਮੈਨੂੰ ਗਿਆਨ ਦਾ ਸੁਰਮਾ ਦੇ ਦਿੱਤਾ, ਤੇ ਉਹ ਗਿਆਨ ਦੇ ਸੁਰਮੇ ਨੇ ਮੇਰੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਦੂਰ ਕਰ ਦਿੱਤਾ। ਹੁਣ ਆਪਣੇ ਗਿਰਵਾਨ ਅੰਦਰ ਝਾਤ ਕੇ ਦੇਖੀਏ, ਸਾਡੇ ਅੰਦਰ ਸਿਵਾਏ ਅਗਿਆਨਤਾ ਤੋਂ ਕੁਛ ਵੀ ਨਹੀਂ ਹੈ। ਅਗਿਆਨ ਹੀ ਅਗਿਆਨ। ਦੁਨੀਆ ਭਰ ਦਾ ਜਿੰਨਾ ਗਿਆਨ ਅਸੀਂ ਹਾਸਲ ਕੀਤਾ, ਗੁਰਮਤਿ ਦੀ ਕਸਵੱਟੀ ਤੇ ਉਹਨੂੰ ਲਾ ਕੇ ਦੇਖੀਏ ਤੇ ਗੁਰੂ ਦੇ ਗਿਆਨ ਦੇ ਤੁੱਲ ਬਰਾਬਰ ਮਨਿੰਦ ਇਹ ਅਗਿਆਨ ਹੀ ਸਾਬਤ ਹੋਵੇਗਾ। ਪਰ ਜਦੋਂ ਗੁਰੂ ਗਿਆਨ ਦਾ ਸੁਰਮਾ ਦਿੰਦਾ ਪਿਆਰਿਓ, ਤੇ ਉਹ ਅਗਿਆਨਤਾ ਦੇ ਅੰਧੇਰੇ ਨੂੰ ਮਿਟਾ ਦਿੰਦਾ। ਗਿਆਨ ਅੰਜਣ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮਨ ਦੇ ਵਿੱਚ ਪ੍ਰਕਾਸ਼ ਹੋ ਜਾਂਦਾ। ਉਹ ਪ੍ਰਕਾਸ਼ ਕੀ ਕਰਦਾ? ਅਗਲਾ ਬਚਨ ਬਾਬਾ ਜੀ ਦੱਸਣਗੇ। ਕਹਿਣ ਲੱਗੇ ਮਿੱਤਰੋ, ਮੇਰੇ ਗੁਰੂ ਨੇ ਮੈਨੂੰ ਦਿੱਤਾ ਗਿਆਨ ਦਾ ਅੰਜਣ। ਗਿਆਨ ਅੰਜਣ ਮੋਕੋ ਕਿਹਨੇ ਦਿੱਤਾ ਜੀ? ਗੁਰ। ਰਾਰੇ ਨੂੰ ਸਿਹਾਰੀ ਗੁਰਬਾਣੀ ਵਿਆਕਰਨ ਮੁਤਾਬਕ ਸਿੱਧ ਕਰਦੀ ਕਿ ਗੁਰੂ ਨੇ ਦਿੱਤਾ। ਮੈਨੂੰ ਇਹ ਗਿਆਨ ਦਾ ਸੁਰਮਾ ਮੇਰੇ ਗੁਰੂ ਨੇ ਦਿੱਤਾ,
ਤੇ ਜਦੋਂ ਇਹ ਮੈਂ ਹਾਸਲ ਕੀਤਾ ਨਾ, ਗਿਆਨ ਦਾ ਸੁਰਮਾ ਪਾਇਆ ਆਪਣੇ ਨੇਤਰਾਂ ਵਿੱਚ, ਤੇ ਪ੍ਰਕਾਸ਼ ਕੀ ਹੋਇਆ, ਪ੍ਰਾਪਤੀ ਕੀ ਹੋਈ। RAM ਨਾਮ ਬਿਨ ਜੀਵਨ ਮਨਹੀਨਾ। RAM ਨਾਮ ਬਿਨ ਦਾ ਮਤਲਬ ਹੈ ਪਰਮਾਤਮਾ ਦੇ ਬੰਦਗੀ ਸਿਮਰਨ ਤੋਂ ਬਿਨਾਂ। ਦੇਖੋ ਧਿਆਨ ਦੇਣਾ, ਗੁਰੂ ਨੇ ਜਦੋਂ ਗਿਆਨ ਦਾ ਅੰਜਣ ਮੈਨੂੰ ਦਿੱਤਾ, ਬਾਬਾ ਜੀ ਕਹਿੰਦੇ ਮੈਨੂੰ ਇਹ ਸਮਝ ਆ ਗਈ। ਮੇਰੇ ਅੰਦਰ ਜਦੋਂ ਗਿਆਨ ਦੇ ਪ੍ਰਕਾਸ਼ ਹੋਇਆ ਨਾ, ਗੁਰੂ ਦੇ ਦਿੱਤੇ ਗਿਆਨ ਦਾ, ਤੇ ਮੈਨੂੰ ਇਹ ਸਮਝ ਆ ਗਈ। ਕੀ ਸਮਝ ਆਈ? ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜਿਹੜੀ ਜ਼ਿੰਦਗੀ ਹੈ, ਕੀ ਹੈ ਜੀ? ਮਨਾ ਹੀਨਾ। ਹੀਨਾ ਦਾ ਅਰਥ ਕੀ ਕਰੀਏ? ਤੁੱਛ, ਨਕੰਮੀ। ਆ ਜੀਵਨ ਜਿਹੜਾ ਬਾਬਾ ਨਾਮਦੇਵ ਜੀ ਬਚਨ ਕਰਦੇ ਨੇ ਕਿ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਕੀ ਹੈ? ਨਿਕੰਮਾ। ਮੇਰੇ ਜ਼ਿਹਨ ਵਿੱਚ ਗੁਰੂ ਬਾਬੇ ਦੀ ਇੱਕ ਵਿਚਾਰ ਆਈ, ਛੋਟੀ ਜਿਹੀ, ਮੈਂ ਪੂਰੀ ਸਾਖੀ ਨਹੀਂ ਸੁਣਾਵਾਂਗਾ। ਗੁਰਮਤਿ ਨਾਲ, ਗੁਰਬਾਣੀ ਨਾਲ ਸੰਬੰਧਿਤ ਵਿਚਾਰ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਪਹਿਲੀ ਪ੍ਰਚਾਰ ਫੇਰੀ ਕਰਕੇ ਨਾ ਆਪਣੇ ਜਨਮ ਸਥਾਨ ਤੇ ਪਰਤੇ ਨੇ, ਪਰਿਵਾਰ ਵਿੱਚ, ਮਾਤਾ ਪਿਤਾ ਵਿੱਚ। ਬਹੁਤ ਸਾਰੇ ਬਚਪਨ ਦੇ ਸੱਜਣ ਜਿਹੜੇ ਸਖੇ ਸਨ, ਉਹ ਇਕੱਠੇ ਹੋ ਕੇ ਬਾਬੇ ਕੋਲ ਆਏ। ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਨੇ, ਤੇ ਇੱਕ ਸੱਜਣ ਨੇ ਸਵਾਲ ਕੀਤਾ, ਬਾਬਾ ਇਹ ਜ਼ਿੰਦਗੀ ਸਮਝ ਨਹੀਂ ਆਈ, ਇਹ ਜ਼ਿੰਦਗੀ ਕੀ ਹੈ? ਵੈਸੇ ਇਹੋ ਜਿਹਾ ਸਵਾਲ ਹਰ ਬੰਦਾ ਨਹੀਂ ਕਰਦਾ। ਸਾਨੂੰ ਕੋਈ ਪੁੱਛੇ ਤੇ ਸਾਨੂੰ ਸਭਨਾਂ ਨੂੰ ਜਵਾਬ ਦੇਣਾ ਹੁੰਦਾ, ਕਿਉਂਕਿ ਅਸੀਂ ਇਹ ਸਮਝ ਚੁੱਕੇ ਹਾਂ ਕਿ ਸਾਨੂੰ ਆਪਣੀ ਜ਼ਿੰਦਗੀ ਦਾ ਪਤਾ ਹੈ। ਅਸੀਂ ਤੇ 20 ਵਾਰੀ ਲੋਕਾਂ ਨੂੰ ਕਹਿੰਦੇ ਹਾਂ ਮੇਰੇ ਬਾਰੇ ਨਾ ਕਹਿ, ਮੈਨੂੰ ਪਤਾ ਹੈ ਮੈਂ ਕੀ ਹਾਂ, ਪਰ ਪਤਾ ਕੋਈ ਨਹੀਂ। ਮਾਫ ਕਰਨਾ, ਸਾਨੂੰ ਪਤਾ ਕੋਈ ਨਹੀਂ ਆਪਣੇ ਬਾਰੇ। ਅਸੀਂ ਦੁਨੀਆ ਬਾਰੇ ਜਾਣਕਾਰੀ ਬੜੀ ਹਾਸਲ ਕੀਤੀ, ਆਪਣੇ ਬਾਰੇ ਕੁਝ ਪਤਾ ਹੀ ਨਹੀਂ। ਲਓ ਧਿਆਨ ਦੇਣਾ, ਬਾਬੇ ਦੇ ਸਨਮੁਖ ਸਵਾਲ ਕੀਤਾ, ਕਿਉਂਕਿ ਲੋਕ ਸਮਝਦੇ ਨੇ ਕਿ ਬਾਬਾ ਦੁਨੀਆ ਨੂੰ ਤਾਰਨ ਆਇਆ, ਤੇ ਸਵਾਲ ਬੜਾ ਪਿਆਰਾ ਸੀ ਕਿ ਆ ਜ਼ਿੰਦਗੀ, ਇਹ ਸਮਝ ਨਹੀਂ ਆਈ ਬਾਬਾ, ਇਹ ਕੀ ਹੈ? ਇਹ ਤਨ ਕੀ ਹੈ? ਤੇ ਬਾਬੇ ਨੇ ਸੁਭਾਵਕ ਬਚਨ ਕਰ ਦਿੱਤਾ, ਭਾਈ ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਇਹ ਕੁਝ ਵੀ ਨਹੀਂ ਹੈ, ਮਿੱਟੀ ਦੀ ਢੇਰੀ ਹੈ, ਕੁਝ ਵੀ ਨਹੀਂ ਹੈ। ਬੰਦਾ ਕਹਿੰਦਾ ਕਿ ਮੈਂ ਬਹੁਤ ਕੁਝ ਹਾਂ, ਤੂੰ ਮੇਰੇ ਬਾਰੇ ਨਹੀਂ ਜਾਣਦਾ। ਪਰ ਗੁਰੂ ਕੇ ਪਿਆਰਿਓ, ਗੁਰੂ ਇਹ ਗੱਲ ਕਹਿ ਰਿਹਾ ਕਿ ਸਿਮਰਨ ਬੰਦਗੀ ਤੋਂ ਬਿਨਾਂ ਤੂੰ ਕੁਛ ਵੀ ਨਹੀਂ ਹੈ। ਫਿਰ ਦੂਜਾ ਸਵਾਲ ਉਸੇ ਸੇਵਕ ਨੇ ਕੀਤਾ, ਜੇ ਕੁਝ ਵੀ ਨਹੀਂ ਤੇ ਇਹਦਾ ਕੀ ਕਰੀਏ? ਤੇ ਬਾਬੇ ਨੇ ਉੱਥੇ ਬਚਨ ਆਪਣੀ ਜਨਮ ਭੂਮੀ ਤੇ ਸ਼ਬਦ ਉਚਾਰਨ ਕੀਤਾ। ਥੋੜਾ ਧਿਆਨ ਦੇਣਾ, ਬਾਣੀ ਉੱਥੇ ਉਚਾਰਨ ਕੀਤੀ ਹੈ। ਬਾਬੇ ਨੇ ਵੀ ਕਹਿ ਦਿੱਤਾ, ਵਿਅੰਗ ਖਿੱਚ ਕੇ ਜਾਂ ਵਿਅੰਗ ਕਰਕੇ, ਕੀ ਕਿਹਾ? ਇਹ ਤਨ ਵੇਚੀ ਬਹਿ ਕਰੀ, ਕਿਸੇ ਕੰਮ ਦਾ ਨਹੀਂ। ਸਾਡੇ ਕੋਲ ਕੋਈ ਨਿਕੰਮੀ ਚੀਜ਼ ਪਈ ਹੋਵੇ ਨਾ, ਤੇ ਕਿਸੇ ਦੂਜੇ ਦੇ ਕੰਮ ਆਉਣੀ ਹੋਵੇ, ਤੇ ਅਸੀਂ ਕਹਿੰਦੇ ਵੇਚ ਦਿਓ ਯਾਰ ਇਹਨੂੰ। ਘਰਾਂ ਵਿੱਚ ਸਾਡੇ ਕਬਾੜ ਵੀ ਪਿਆ ਹੋਵੇ ਨਾ, ਤੇ ਉਹ ਵੀ ਵੇਚ ਦਿੰਦੇ ਹਾਂ। ਅਸੀਂ ਵੇਚਦੇ ਹਾਂ ਕਿ ਨਹੀਂ? ਕਿ ਸਾਡੇ ਕੰਮ ਦੀ ਨਹੀਂ, ਵੇਚ ਦਿਓ। ਜ਼ਮੀਨ ਕੰਮ ਦੀ ਨਾ ਹੋਵੇ, ਉਹਨੂੰ ਬੈ ਕਰ ਦਿੰਦੇ ਆ। ਬਾਬੇ ਨੇ ਬਚਨ ਕੀਤਾ ਸਰਲ ਬੋਲਾਂ ਵਿੱਚ ਕਿ ਇਹ ਵੀ ਤਨ ਵੇਚ ਦਿਓ। ਕੀ ਕਰਨਾ? ਨਕੰਮਾ ਜੇ ਤੁਸੀਂ ਭਗਤੀ ਨਹੀਂ ਕਰ ਸਕਦੇ। ਇਹ ਤਨ ਨੂੰ ਕੀ ਕਰੋ? ਇਹ ਤਨ ਵੇਚੀ, ਵੇਚੀ ਦਾ ਮਤਲਬ ਵੇਚ ਲਓ, ਵੇਚ ਦਿਓ ਉਹਨੂੰ। ਇਹ ਤਨ ਵੇਚੀ ਬੈ ਕਰੀ, ਬੈ ਹੀ ਕਰ ਦਿਓ, ਤੁਹਾਡਾ ਹੱਕ ਹੀ ਨਾ ਰਹੇ ਇਹਦੇ ਤੇ। ਬੈ ਦਾ ਮਤਲਬ ਹੁੰਦਾ ਹੱਕ ਖਤਮ, ਤੁਹਾਡਾ ਖਰੀਦਣ ਵਾਲੇ ਦਾ ਹੱਕ ਹੈ, ਜਿਹਦੇ ਅਧੀਨ ਤੁਸੀਂ ਇਹ ਕਰ ਦਿੱਤੀ ਹੈ। ਇਹ ਤਨ ਵੇਚੀ ਬੈ ਕਰੀ, ਬਾਬਾ ਕਹਿੰਦਾ ਜੇ ਕੋ ਲਏ ਵਿਕਾਏ, ਤੁਹਾਨੂੰ ਇਹ ਵੇਚਣਾ ਵੀ ਨਹੀਂ ਆਉਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਰੱਬ ਨੇ ਤੁਹਾਨੂੰ ਦਾਤ ਦਿੱਤੀ ਸਰੀਰ, ਸਰੀਰ ਰੱਬ ਦੀ ਬੰਦਗੀ ਤੋਂ ਬਿਨਾਂ ਨਕੰਮਾ, ਤੇ ਨਕੰਮੀ ਚੀਜ਼ ਤੁਹਾਨੂੰ ਵੇਚਣੀ ਵੀ ਨਹੀਂ ਆਉਣੀ। ਬਾਬੇ ਨੇ ਦਾਅਵਾ ਕੀਤਾ ਤੁਹਾਨੂੰ ਵੇਚਣੀ ਨਹੀਂ ਆਉਣੀ।
ਕਿਉਂਕਿ ਤੁਹਾਨੂੰ ਅੱਜ ਤੱਕ ਨਾਮ ਹੀ ਨਹੀਂ ਜਪਣਾ ਆਇਆ, ਇਹਦੀ ਸਫਲਤਾ ਦਾ ਕਾਰਨ ਹੀ ਨਹੀਂ ਸਮਝ ਸਕੇ ਤੁਸੀਂ। ਇਹ ਤਨ ਵੇਚੀ ਬੈ ਕਰੀ ਜੇ ਕੋ ਲਏ ਵਿਕਾਏ। ਸਾਹਿਬ ਕਹਿੰਦੇ ਨਾਨਕ ਕੰਮ ਨਾ ਆਵੇ ਜਿਤ ਤਨ ਨਾਹੀ ਸੱਚਾ ਨਾਮ। ਐ ਗੁਰੂ ਦੇ ਸਿੱਖੋ, ਜਿਸ ਸਰੀਰ ਵਿੱਚ ਪਰਮੇਸ਼ਰ ਦੀ ਬੰਦਗੀ, ਰੱਬ ਦਾ ਸੱਚਾ ਨਾਮ ਨਹੀਂ, ਉਹ ਤਨ ਕਿਸੇ ਕੰਮ ਦਾ ਨਹੀਂ। ਉਹਦਾ ਇਹ ਬਣ ਜਾਣਾ हाड जरे जैसे लकड़ी का तूला, केस जरे जैसे घास का पूला। केस इदां सड़ जाने जिदां सुक्का घाह जलदा ते हड्ड इदां जल जाने ने जिवें लकड़ी दा पंड या पूला सड़दा। किसे काम दा नहीं, ये शरीर किसे काम दा नहीं। साहिब कहंदे नाम जपिया करो भाई, नानक कम न आवई जित तन नाही सच्चा नाम। लो बाबा नामदेव जी भी हो बहु यही ज्ञान बख्श दे। कहन लगे जदों मैनू गुरु ने ज्ञान दा सुरमा दिता, मैनू ज्ञान अंदरों होया, मैं गुरु दे पासों ये प्राप्त करके ना राम दे नाम तो बिना समझिया जानिया कि जीवन हीना है, तुच्छ है, भाव निकम्मा है, किसे कम दा नहीं। ये भी कह सकते हैं कि बाबा जी कहन लगे मैनू जिंदगी दा जिहड़ा मकसद है ना वो समझ आ गया कि वाहिगुरु ने जीवन क्यों देता है। असी रोज़ गुरु को आउने आ प्यारिओ, बाणी पुकार पुकार के साडी जिंदगी दा मकसद बयान कर दी है, पर साडी समझ विच भी अजे तक ये नहीं विचार आई कि जीवन नूं सफल किवें करना। एक सतगुरां दा बचन कह के मैं आखिरी पद दी भी विचार करा। सफल जन्म होना किवें ते किन्हां दा होया। आया सफल, सरल बचन मैं लिया, ऐ दुनिया ते आया सफल किवें होवे। जीवन लंबे तो लंबा दुनिया ने मनुखा ने जीविया, पर यह नहीं कहा जा सकता कि जिहड़ा बंदा लम्मा जीवन जीविया उन्हें सफल जीवन जीविया। एक दो उदाहरण मैं दियां। गुरु कलगीधर पिता दे बच्चे साहिबजादे जिहड़े ने उन्होंने लंबी उम्र दा जीवन नहीं जीविया, लंबा जीवन नहीं जिया। पर असी ये नहीं कह सकता कोई दुनिया दा इंसान कि उन्होंने जीवन सफल नहीं जीविया। उन्होंने जीवन सफल जीविया। वो 7 साल ते 9 साल की उम्र विच भी संतुष्ट ने, उन्हां दा जीवन मुकम्मल है। असी 70 ते 80 साल विच भी अपने जीवन को मुकम्मल ते सफल नहीं बना सके। धन गुरु दे बच्चे पुत्र ने जिन्होंने 7 ते 9 साल विच ही यह जीवन को सफल कर लिया। सफल जीवन जीवना अलग गल है, लंबा जीवन जीवना भावें जीवन दे विच सारे दुनिया भर दे ऐशो आराम दे साधन होवन, सुख होवन, सुविधावां होवन, वो सफल जीवन नहीं है। सफल जीवन अलग है और संसारी जीवन, संसारक सुखां नाल बिताया जीवन अलग है। सफल जन्म की इत्थे गल हो रही है। आया सफल, ए दुनिया ते आया सफल किनू कहिए? आया सफल ताहू को गणिए, केवल ओनू ही सफल जीवन वाला गिनिए, जानिए, समझिए। किनों? जास रसन हर हर मुख पनिए। जिन्हें मुख तो रसना तो कीर्ति जस रब दा कीता, ओदा आया ये दुनिया ते सफल है, मुबारक है। धन 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 जन आया, जिस प्रसाद सब जगत तराया। जन आवन का यह सुवाओ, उन्हां दे ते सुवारथ ही आउण दा यह है कि जन कै संग चित आवे, वो आप जपदे ते दुनिया नूं जपाउंदे ने। इसलिए उन्हां दा आया सफल मुबारक है। प्यारिओ,
ਬਾਬਾ ਜੀ ਕਹਿਣ ਲੱਗੇ, ਜਦੋਂ ਗੁਰੂ ਨੇ ਮੈਨੂੰ ਗਿਆਨ ਦਾ ਅੰਜਣ ਦਿੱਤਾ ਨਾ, ਤੇ ਇੱਕ ਸਮਝ ਆਈ, ਮੇਰੇ ਅੰਦਰ ਪ੍ਰਕਾਸ਼ ਗਿਆਨ ਹੋ ਗਿਆ ਕਿ RAM ਨਾਮ ਬਿਨ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਇਹ ਜਿਹੜਾ ਜੀਵਨ ਮਨ ਹੈ ਮਨਹੀਨਾ ਹੈ, ਤੁੱਛ ਹੈ, ਨਿਕੰਮਾ ਹੈ, ਕਿਸੇ ਕੰਮ ਦਾ ਨਹੀਂ। ਤਾਈਓ ਬਾਬੇ ਨੇ ਕਿਹਾ ਸੀ, ਕੀ ਕਰਨੀ ਇਸ ਨਿਕੰਮੀ ਵਸਤੂ ਨੂੰ? ਰੱਬ ਨੇ ਤੇ ਬੜੀ ਕੀਮਤੀ ਤੈਨੂੰ ਇਹ ਵਸਤੂ ਤਨ ਸਰੀਰ ਕਾਇਆ ਦਿੱਤੀ ਸੀ, ਤੂੰ ਇਹਨੂੰ ਨਿਕੰਮੇ ਕਰਮ ਕਰ ਕਰਕੇ ਨਿਕੰਮਾ ਕਰ ਦਿੱਤਾ। ਵੇਚ ਦੇ ਹੁਣ, ਕਿਸੇ ਦੂਜੇ ਦੇ ਅਧੀਨ ਕਰ ਦੇ, ਨਾਮ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਣਾ ਹੈ, ਕਿਸੇ ਕੰਮ ਦਾ। ਆਖਰੀ ਬੰਦ, ਨਾਮ ਦੇ, ਨਾਮ ਦੇਵ ਨਾਮ ਹੈ, ਵੈਸੇ ਇੱਥੇ ਉਹਨਾਂ ਨੇ ਨਾਮ ਦੇ ਲਫ਼ਜ਼ ਵਰਤੇ ਹੈ, ਦੱਦੇ ਨੂੰ ਲਾਮ ਤੇ ਈੜੀ ਨੂੰ ਸਿਆਰੀ, ਨਾਮ ਦੇ। ਸਿਮਰਨ ਕਰ ਜਾਨਾ, ਇਹ ਦੁਨੀਆ ਦੇ ਲੋਕੋ ਮੇਰੇ ਪ੍ਰਤੀ, ਕਿਉਂਕਿ ਬਾਬਾ ਨਾਮਦੇਵ ਜੀ ਦੇ ਪ੍ਰਤੀ ਇਹੋ ਜਿਹੀਆਂ ਅਨੰਤ ਲਿਖਤਾਂ ਨੇ, ਲੋਕ ਕਹਿ ਰਹੇ ਨੇ ਕਿ ਬਾਬਾ ਨਾਮਦੇਵ ਜੀ ਮੂਰਤੀ ਦੀ ਪੂਜਾ ਕਰਦੇ, ਬੀਠਲ ਨਾਮੀ ਮੂਰਤੀ ਦੀ। ਬੀਠਲ ਪੱਥਰ ਹੈ ਤੇ ਪੱਥਰ ਦੀ ਮੂਰਤੀ ਦੀ ਉਹ ਪੁਜਾਰੀ ਨੇ। ਇੱਕ ਪ੍ਰਚਲਿਤ ਸਾਖੀ ਗੁਰੂ ਪੰਥ ਕੋਲ ਵੀ ਮੌਜੂਦ ਹੈ ਕਿ ਪਿਤਾ ਜੀ ਇੱਕ ਵਾਰੀ ਬਾਹਰ ਕਿਸੇ ਜ਼ਰੂਰੀ ਘਰ ਦੇ ਕੰਮ ਚਲੇ ਗਏ ਤੇ ਬੇਟੇ ਨੂੰ ਕਹਿ ਗਏ, ਬੇਟਾ ਭੋਗ ਲਵਾਈ ਮੂਰਤੀ ਨੂੰ। ਸਾਖੀ ਹੈ। ਤੇ ਉਸ ਮੂਰਤੀ ਦੇ ਵਿੱਚੋਂ ਹੀ ਉਹਨਾਂ ਨੇ ਰੱਬ ਨੂੰ, ਪਰਮਾਤਮਾ ਨੂੰ ਪ੍ਰਾਪਤ ਕੀਤਾ, ਐਸਾ ਪ੍ਰਚਲਿਤ ਖਿਆਲ ਹੈ। ਪਰ ਕਿਸੇ ਨਾਲ ਨਿਆਂ ਤੇ ਅਨਿਆਂ ਕਰਨ ਤੋਂ ਪਹਿਲਾਂ ਸੋਚਣਾ ਪਵੇਗਾ, ਉਹਨਾਂ ਨੂੰ ਪੁੱਛ ਤੇ ਲਈਏ ਕਿ ਤੁਸੀਂ ਰੱਬ ਨੂੰ ਕਿਵੇਂ ਪਾਇਆ। ਪੁੱਛਣਾ ਚਾਹੀਦਾ। ਆਪ ਹੱਸੋਗੇ ਕਿ ਜੋ 600 ਸਾਲ ਪਹਿਲਾਂ ਚਲੇ ਗਏ ਉਹਨਾਂ ਕੋਲੋਂ ਕਿਵੇਂ ਪੁੱਛੀਏ? ਪੁੱਛ ਸਕਦੇ ਹਾਂ ਭਾਈ। ਆ ਜਿਹੜਾ ਗੰਮੀ ਖਜ਼ਾਨਾ ਹੈ ਨਾ, ਪੁੱਛ ਸਕਦੇ ਹਾਂ, ਬਾਬਾ ਨਾਮਦੇਵ ਜੀ ਤੁਸੀਂ ਪਰਮਾਤਮਾ ਨਾਲ ਜਾਣ ਪਹਿਚਾਨ ਸੰਬੰਧ ਕਿਵੇਂ ਜੋੜਿਆ? ਅੱਜ ਕਰੋ ਸਵਾਲ ਤੇ ਬਾਬਾ ਨਾਮਦੇਵ ਜੀ ਜਵਾਬ ਦੇਣਗੇ। ਜੇ ਸਾਡੇ ਕੋਲ ਸਮਝ ਸੋਝੀ ਹੈ ਤਾਂ ਜਵਾਬ ਮਿਲੇਗਾ। ਉਹ ਜਵਾਬ ਕੀ ਹੈ ਕਿ ਮੈਂ ਨਾਮਦੇਵ ਨੇ ਕੋਈ ਕਰਮ ਕਾਂਡ ਦੁਨੀਆ ਦੇ ਲੋਕੋ ਨਹੀਂ ਕੀਤਾ, ਮੈਂ ਕਿਸੇ ਮੂਰਤੀ ਦੀ ਪੂਜਾ ਨਹੀਂ ਕੀਤੀ। ਮੈਂ ਕਿਵੇਂ ਉਹਨੂੰ ਜਾਣਿਆ? ਨਾਮ ਦੇ ਸਿਮਰਨ ਕਰ ਜਾਣਾ। ਗੁਰੂ ਦੀ ਕਿਰਪਾ ਨਾਲ ਜਿਹੜਾ ਮੈਨੂੰ ਗੁਰੂ ਨੇ ਗਿਆਨ ਦਿੱਤਾ ਨਾ, ਗਿਆਨ ਦਾ ਅੰਜਣ, ਤੇ ਗੁਰੂ ਨੇ ਨਾਮ ਦੀ ਦਾਤ ਵੀ ਦਿੱਤੀ, ਤੇ ਨਾਮਦੇਵ ਨੇ ਉਸ ਨਾਮ ਨੂੰ ਸਿਮਰਨ ਕਰਕੇ ਜਾਨਾ ਦਾ ਮਤਲਬ ਸੰਬੰਧ ਬਣਾਇਆ। ਮੈਂ ਨਾਮਦੇਵ ਨੇ ਉਸ ਪਰਮਾਤਮਾ ਨਾਲ ਸੁਰਤ ਦਾ ਸੰਬੰਧ ਕਿਵੇਂ ਜੋੜਿਆ? ਸਿਮਰਨ ਕਰਕੇ। ਇਹ ਮੈਂ ਨਹੀਂ ਕਹਿ ਰਿਹਾ, ਦੇਖ ਲਓ ਤੁਹਾਡੇ ਸਾਹਮਣੇ ਬਚਨ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਨਾਮ ਦੇ ਸਿਮਰਨ ਕਰ ਜਾਨਾ, ਮੈਂ ਉਹਦੇ ਨਾਲ ਜਾਣ ਪਹਿਚਾਨ ਬਣਾਈ ਹੈ ਤੇ ਸਾਧਨ ਇੱਕੋ ਹੀ ਹੈ, ਸਿਮਰਨ। ਸਿਮਰਨ ਕਰਕੇ, ਹੋਰ ਮੈਂ ਕੋਈ ਮੂਰਤੀ ਪੂਜਾ ਨਹੀਂ ਕੀਤੀ। ਅਗਲਾ ਬਚਨ ਦੇਖੋ, ਜਗ ਜੀਵਨ ਸਿਉ ਜੀਉ ਸਮਾਨਾ। ਸਮਾਨ ਦਾ ਅਰਥ ਕੀ ਹੁੰਦਾ? ਅਨੇਕਾਂ ਨਦੀਆਂ ਨਾਲਿਆਂ ਦਾ ਜਲ ਵਹਿੰਦਾ, ਪਾਣੀ ਵਹਿੰਦਾ ਸਾਗਰ ਵਿੱਚ ਜਦੋਂ ਪੈਂਦਾ ਤੇ ਸਾਗਰ ਵਿੱਚ ਸਮਾ ਜਾਂਦਾ। ਅਨੇਕਾਂ ਨਦੀਆਂ ਗੰਗਾ ਦੇ ਵਿੱਚ ਜਾ ਕੇ ਮਿਲਦੀਆਂ ਤੋਂ ਗੰਗਾ ਵਿੱਚ ਸਮਾ ਜਾਂਦੀਆਂ। ਤੋ ਗੁਰੂ ਕੇ ਪਿਆਰਿਓ, ਅਸਲ ਵਿੱਚ ਆ ਜਿਨੇ ਸਰੀਰ ਆਪ ਦੇਖਦੇ ਹੋ ਨਦੀਆਂ ਨਾਲੇ ਹੀ ਨੇ। ਵਹਿੰਦਿਆਂ ਵਹਿੰਦਿਆਂ ਇੱਕ ਦਿਨ ਨਿਰੰਕਾਰ ਸਾਗਰ ਦੇ ਵਿੱਚ ਅਸਾਂ ਨੇ ਸਮਾ ਜਾਣਾ। ਜਗ ਜੀਵਨ, ਜਗਤ ਦਾ ਆਸਰਾ, ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ। ਸਿਉ ਦਾ ਅਰਥ ਹੁੰਦਾ ਨਾਲ, ਜੀਓ ਦਾ ਮਤਲਬ ਹੈ ਜਿੰਦ, ਸਮਾਨਾ ਦਾ ਮਤਲਬ ਹੈ ਲੀਨ ਹੋ ਜਾਣੀ, ਸਮਾ ਜਾਣੀ। ਉਹ ਦੁਨੀਆ ਦੇ ਲੋਕੋ ਸਿਮਰਨ ਕਰਕੇ ਮੈਂ ਉਹਦੇ ਨਾਲ ਜਾਣ ਪਹਿਚਾਨ ਬਣਾਈ, ਤੇ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਨਾ, ਉਹਦੇ ਵਿੱਚ ਮੇਰੀ ਜਿੰਦ ਇਵੇਂ ਮਿਲ ਗਈ। ਕਿਵੇਂ? ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮੇਰੀ ਜੋਤ ਤੇ ਮਾਲਕ ਦੀ ਜੋਤ ਦੋਨੇ ਇੱਕ ਹੋ ਗਈ।
ਦੋ ਦੀਵੇ ਅਲੱਗ-ਅਲੱਗ ਜਗਦੇ ਹੋਵਨ ਨਾ ਤੇ ਨਜ਼ਰ ਆਉਂਦੀਆਂ ਦੋ ਜੋਤਾਂ ਨੇ, ਉਹਨਾਂ ਦੋਵਾਂ ਦੇ ਮੂੰਹ ਜੋੜਦੇ ਹੋ, ਮੂੰਹ ਜੋੜਦੇ ਹੋ, ਦੋਨਾਂ ਦੀ ਲਾਈਟ ਇੱਕ ਹੋ ਜਾਏਗੀ, ਪ੍ਰਕਾਸ਼ ਵਿੱਚ ਵੀ ਵਾਧਾ ਹੋਏਗਾ ਤੇ ਉਹ ਦੋਨੇ ਇੱਕ ਹੋ ਜਾਣਗੇ। ਇੱਦਾਂ ਪਰਮਾਤਮਾ ਦੀ ਜੋਤ ਵਿੱਚ ਬਾਬਾ ਨਾਮਦੇਵ ਜੀ ਵੀ ਕਹਿ ਰਹੇ ਨੇ, ਮੈਂ ਆਪਣੀ ਜੋਤ ਮਿਲਾ ਦਿੱਤੀ ਹੈ, ਜਗ ਜੀਵਨ ਸਿਉ ਜੀਓ। ਜੀਓ ਦਾ ਮਤਲਬ ਹੈ ਜਿੰਦ ਸਮਾ ਗਈ ਉਹਦੇ ਵਿੱਚ। ਹੁਣ ਮੈਨੂੰ ਦੁੱਖ ਵੀ ਦੁੱਖ ਨਹੀਂ ਕਰਕੇ ਮੈਂ ਮੰਨਦਾ, ਉਹਨਾਂ ਨੂੰ ਸਤਾਉਂਦੇ ਨਹੀਂ। ਮੇਰੇ ਅੰਦਰ ਆਤਮਕ ਆਨੰਦ ਬਣ ਗਿਆ, ਜਿਹਦੇ ਵਿੱਚ ਮੈਂ ਲੀਨ ਹੋ ਗਿਆ। ਵਾਹਿਗੁਰੂ ਦੇ ਸਿਮਰਨ ਦੇ ਵਿੱਚ ਮੈਂ ਐਸਾ ਲੀਨ ਹੋਇਆ, ਉਹਦੇ ਨਾਲ ਮੇਰੀ ਜਾਣ ਪਹਿਚਾਨ ਬਣੀ। ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ ਨਾ, ਜਗ ਜੀਵਨ, ਉਹਦੇ ਵਿੱਚ ਮੈਂ ਸਮਾ ਗਿਆ, ਭਾਵ ਮੈਂ ਉਹਦਾ ਹੀ ਰੂਪ ਹੋ ਗਿਆ। ਇਹ ਸੀ ਬਾਬਾ ਨਾਮਦੇਵ ਜੀ ਦੀ ਇਉਂ ਪ੍ਰਤੀਤ ਹੁੰਦਾ ਹੱਡ ਬੀਤੀ ਕਿ ਉਹਨਾਂ ਨੇ ਪਰਮਾਤਮਾ ਨੂੰ ਕਿਵੇਂ ਪਾਇਆ। ਆਪ ਜੀ ਨੇ ਮਨ ਬਿਰਤੀਆਂ ਇਕਾਗਰ ਕਰਕੇ ਚੱਲ ਰਹੀ ਲੜੀਵਾਰ ਸ਼ਬਦ ਦੀ ਵਿਚਾਰ ਸਰਵਨ ਕੀਤੀ ਹੈ। ਭੁੱਲਾਂ ਚੁੱਕਾਂ ਦੀ ਗੁਰੂ ਕੇ ਪਿਆਰਿਓ ਖਿਮਾ ਕਰ ਦੇਣੀ ਸਮੇਂ ਦੀ ਸੰਪੂਰਨਤਾ। ਆਓ ਫਤਿਹ ਬੁਲਾਓ, ਭੁੱਲਾਂ ਚੁੱਕਾਂ ਦੀ ਖਿਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ।